प्यारे विद्यार्थियों, मेरे ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪੰਜਾਬੀ ਅਧਿਆਪਕਾ ਮੈਡਮ ਗੁਰਮੀਤ ਸਿੱਧੂ ਆਸ ਕਰਦੀ ਹਾਂ ਕਿ ਆਪ ਸਭ ਬੱਚੇ ਚੜ੍ਹਦੀ ਕਲਾ ਵਿੱਚ ਹੋਵੋਗੇ। ਸੋ ਪਿਆਰੇ ਬੱਚਿਓ, ਅੱਜ ਦੀ ਪੰਜਾਬੀ ਕਲਾਸ ਵਿੱਚ ਮੈਂ ਆਪ ਸਭ ਦਾ ਹਾਰਦਿਕ ਸਵਾਗਤ ਕਰਦੀ ਹਾਂ। ਬੱਚਿਓ, ਅੱਜ ਅਸੀਂ ਆਪਣੇ ਸਿਲੇਬਸ ਵਿੱਚ ਦਰਜ ਕਹਾਣੀ ਏਅਰਫੋਨ ਬਾਰੇ ਪੜ੍ਹਾਂਗੇ। ਬੇਟਾ ਜੀ, ਏਅਰਫੋਨ ਕਹਾਣੀ ਪੜ੍ਹਨ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਦੇ ਵਿਸ਼ੇ ਬਾਰੇ ਜਾਣਕਾਰੀ ਦੇ ਦੇਵਾਂ ਕਿ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਕੀ ਦੱਸਿਆ ਹੈ। ਇਹ ਕਹਾਣੀ ਬਲਵਿੰਦਰ ਸਿੰਘ ਸੋਢੀ ਦੀ ਲਿਖੀ ਹੋਈ ਹੈ। ਕਹਾਣੀ ਅੱਜ ਦੇ ਮਾਹੌਲ ਵਿੱਚ ਨੌਜਵਾਨ ਪੀੜ੍ਹੀ ਵੱਲੋਂ ਹੱਦੋਂ ਵੱਧ ਕੀਤੀ ਜਾਂਦੀ ਏਅਰਫੋਨ ਦੀ ਵਰਤੋਂ ਨਾਲ ਸੰਬੰਧਿਤ ਹੈ। ਬੱਚਿਆਂ ਦਾ ਆਪਣੇ ਮਾਂ-ਬਾਪ ਦੀ ਗੱਲ ਨੂੰ ਨਜ਼ਰਅੰਦਾਜ਼ ਕਰਨਾ, ਆਪਣੀ ਜਿੱਦ ਮਨਵਾਉਣਾ ਕਹਾਣੀ ਦਾ ਮੁੱਖ ਵਿਸ਼ਾ ਹੈ। ਕਹਾਣੀਕਾਰ ਨੇ ਸ਼ਹਿਰੀ ਮੱਧ ਵਰਗੀ ਪਰਿਵਾਰ ਦੇ ਰਹਿਣ ਸਹਿਣ 'ਤੇ ਵੀ ਚਾਨਣਾ ਪਾਇਆ ਹੈ। ਸੋ ਆਓ ਬੱਚਿਓ, ਹੁਣ ਆਪਾਂ ਕਹਾਣੀ ਏਅਰਫੋਨ ਪੜ੍ਹੀਏ। ਇਹ ਕਹਾਣੀ ਆਪਣੀ ਸਾਹਿਤਕ ਰੰਗ ਪੁਸਤਕ ਭਾਗ 2 ਵਿੱਚ ਦਰਜ ਹੈ। ਏਅਰਫੋਨ। ਬੇਟਾ, ਹੁਣ ਤਾਂ ਏਅਰਫੋਨ ਛੱਡ ਦਿਓ, ਬਹੁਤ ਹੋ ਗਿਆ। 2 ਘੰਟੇ ਹੋ ਗਏ ਨੇ ਗਾਣੇ ਸੁਣਦੇ ਹੋਇਆਂ ਨੂੰ, ਹੁਣ ਮਨ ਵੀ ਭਰ ਗਿਆ ਹੋਵੇਗਾ। ਮੀਨਾਕਸ਼ੀ ਦੀ ਮੰਮੀ ਨੇ ਕੋਲ ਆ ਕੇ ਕਿਹਾ। ਮੰਮੀ, ਤੁਸੀਂ ਤਾਂ ਹਰ ਵੇਲੇ ਟੋਕਦੇ ਰਹਿੰਦੇ ਹੋ। ਟੋਕਦੇ ਮੀਨਸ ਰੋਕਦੇ ਰਹਿਣਾ। ਸਵੇਰ ਤੋਂ ਦੁਪਹਿਰ ਤੱਕ ਸਕੂਲ ਦੀ ਪੜ੍ਹਾਈ ਕਰਕੇ ਥੱਕ ਜਾਂਦੀ ਹਾਂ। ਹੁਣ ਜੇਕਰ ਮੈਂ ਗਾਣੇ ਨਾ ਸੁਣਾ ਤਾਂ ਹੋਰ ਕੀ ਕਰਾਂ? ਕੋਈ ਹੈ ਵੀ ਨਹੀਂ ਜਿਸ ਨਾਲ ਮੈਂ ਕੋਈ ਗੇਮ ਖੇਡ ਸਕਾਂ। ਗੇਮ ਕੋਈ ਹੋਰ ਖੇਡ। ਮੀਨਾਕਸ਼ੀ ਨੇ ਮੱਥੇ ਵੱਟ ਪਾਉਂਦਿਆਂ ਕਿਹਾ। ਮੱਥੇ ਵੱਟ ਪਾਉਣਾ, ਗੁੱਸਾ ਕਰਦਿਆਂ ਕਿਹਾ। ਮੇਰਾ ਮਤਲਬ ਹੈ ਬਹੁਤੀ ਦੇਰ ਗਾਣੇ ਨਹੀਂ ਸੁਣੀਦੇ। ਇਹ ਵਾਕ ਨੇ ਕਿਹਾ ਹੈ ਮੀਨਾਕਸ਼ੀ ਦੀ ਮੰਮੀ ਨੇ ਮੀਨਾਕਸ਼ੀ ਨੂੰ। ਤੂੰ ਅਖਬਾਰ ਪੜ੍ਹਦੀ ਤੇ ਟੀਵੀ ਵੇਖਦੀ ਹੈ ਨਾ, ਕੀ ਦੱਸਦੇ ਨੇ ਉਹ ਕਦੀ ਸੋਚਿਆ ਹੈ? ਆ ਮੈਂ ਤੇਰੇ ਨਾਲ ਕੈਰਮ ਬੋਰਡ ਖੇਡਦੀ ਹਾਂ। ਉਸ ਦੀ ਮੰਮੀ ਉਸ ਦਾ ਜਿਹੜਾ ਧਿਆਨ ਸੀ ਉਹ ਏਅਰਫੋਨ ਵੱਲੋਂ ਹਟਾਉਣਾ ਚਾਹੁੰਦੀ ਸੀ। ਮੀਨਾਕਸ਼ੀ ਦੀ ਮੰਮੀ ਨਿਸ਼ਾ ਨੇ ਉਸ ਨੂੰ ਪਲੋਸਦਿਆਂ ਕਿਹਾ। ਪਲੋਸਦਿਆਂ ਮੀਨਸ ਪਿਆਰ ਕਰਦਿਆਂ ਕਿਹਾ। ਮਾਂ ਧੀ ਨੂੰ ਕੈਰਮ ਬੋਰਡ ਖੇਡਦਿਆਂ ਅਜੇ 10 ਕੁ ਹੀ ਮਿੰਟ ਹੋਏ ਸਨ ਕਿ ਉਸ ਦੇ ਘਰ ਦੀ ਘੰਟੀ ਵੱਜੀ। ਉਸ ਦੇ ਘਰ ਦੀ ਭਾਵ ਮੀਨਾਕਸ਼ੀ ਦੇ ਘਰ ਦੀ। ਮੀਨਾਕਸ਼ੀ ਦੀ ਮੰਮੀ ਨੇ ਵੇਖਿਆ ਕਿ ਉਸ ਦੀ ਸਹੇਲੀ ਪੂਨਮ ਉਸ ਨੂੰ ਮਿਲਣ ਆਈ ਹੈ। ਪੂਨਮ ਕਿਸ ਦਾ ਨਾਂ ਹੈ? ਮੀਨਾਕਸ਼ੀ ਦੀ ਮੰਮੀ ਦੀ ਸਹੇਲੀ ਦਾ ਨਾਂ ਪੂਨਮ ਹੈ। ਇਹ ਬੇਟਾ ਜੀ ਸ਼ਾਰਟ ਕੁਐਸਚਨ ਜ਼ਰੂਰ ਯਾਦ ਕਰਨੇ ਨੇ। ਮੀਨਾਕਸ਼ੀ ਨੇ ਉਸ ਨੂੰ ਡਰਾਇੰਗ ਰੂਮ ਵਿੱਚ ਬਿਠਾਇਆ। ਬੇਟਾ ਜੀ, ਇਹ ਲਾਈਨਾਂ ਠੀਕ ਕਰੋ, ਗਲਤ ਨੇ। ਮੀਨਾਕਸ਼ੀ ਦੀ ਮੰਮੀ ਨੇ ਉਸ ਨੂੰ, ਕਿਸ ਨੂੰ? ਆਪਣੀ ਸਹੇਲੀ ਨੂੰ, ਪੂਨਮ ਸਹੇਲੀ ਨੂੰ ਡਰਾਇੰਗ ਰੂਮ ਵਿੱਚ ਬਿਠਾਇਆ ਅਤੇ ਆਪ ਚਾਹ ਬਣਾਉਣ ਚਲੇ ਗਈ। ਉੱਧਰ ਮੀਨਾਕਸ਼ੀ ਨੂੰ ਏਅਰਫੋਨ 'ਤੇ ਗਾਣੇ ਸੁਣਨ ਦਾ ਮੌਕਾ ਮਿਲ ਗਿਆ। ਨਿਸ਼ਾ ਅਤੇ ਪੂਨਮ ਚਾਹ ਦੀਆਂ ਚੁਸਕੀਆਂ ਦੇ ਨਾਲ ਨਾਲ ਗੱਲਾਂ ਵੀ ਕਰ ਰਹੀਆਂ ਸਨ। ਇੱਥੇ ਦੇਖੋ ਬੇਟਾ ਜੀ, ਨਿਸ਼ਾ ਮੀਨਾਕਸ਼ੀ ਦੀ ਮੰਮੀ ਦਾ ਨਾਂ ਹੈ ਅਤੇ ਪੂਨਮ ਮੀਨਾਕਸ਼ੀ ਦੀ ਮੰਮੀ ਦੀ ਸਹੇਲੀ ਦਾ ਨਾਂ ਹੈ। ਕਿ ਨਿਸ਼ਾ ਨੇ ਪੂਨਮ ਕੋਲ ਏਅਰਫੋਨ ਦੀ ਗੱਲ ਕਰਦਿਆਂ ਗੱਲ ਛੇੜੀ ਕਿ ਉਸ ਦੀ ਬੇਟੀ ਮੀਨਾਕਸ਼ੀ ਸਾਰਾ ਦਿਨ ਏਅਰਫੋਨ ਦਾ ਖਹਿੜਾ ਨਹੀਂ ਛੱਡਦੀ, ਭਾਵ ਸਾਰਾ ਦਿਨ ਮੋਬਾਈਲ 'ਤੇ ਲੱਗੀ ਰਹਿੰਦੀ ਹੈ। ਅੱਗੋਂ ਪੂਨਮ ਨੇ ਆਪਣੇ ਬੇਟੇ ਬਾਰੇ ਦੱਸਿਆ ਕਿ ਉਹ ਵੀ ਸਾਰਾ ਦਿਨ ਏਅਰਫੋਨ ਨੂੰ ਹੀ ਚਿੰਬੜਿਆ ਰਹਿੰਦਾ ਹੈ, ਭਾਵ ਏਅਰਫੋਨ 'ਤੇ ਹੀ ਲੱਗਾ ਰਹਿੰਦਾ ਹੈ। ਅੱਧੇ ਕੁ ਘੰਟੇ ਬਾਅਦ ਜਿਉਂ ਹੀ ਪੂਨਮ ਨਿਸ਼ਾ ਦੇ ਘਰੋਂ ਨਿਕਲੀ ਤਾਂ ਉਸ ਸਮੇਂ ਮੀਨਾਕਸ਼ੀ ਦੇ ਪਾਪਾ ਘਰ ਆ ਗਏ।
ਉਹਨਾਂ ਨੇ ਅੰਦਰ ਜਾ ਕੇ ਵੇਖਿਆ ਕਿ ਮੀਨਾਕਸ਼ੀ ਏਅਰਫੋਨ ਲਗਾ ਕੇ ਅੱਖਾਂ ਬੰਦ ਕਰਕੇ ਕਿਵੇਂ ਮਸਤੀ ਵਿੱਚ ਝੂਮ ਰਹੀ ਹੈ ਭਾਵ ਮਸਤੀ ਵਿੱਚ ਗਾਣੇ ਸੁਣ ਰਹੀ ਹੈ। ਮੀਨਾਕਸ਼ੀ ਦੇ ਪਾਪਾ ਚੁੱਪਚਾਪ ਕੁਰਸੀ 'ਤੇ ਬੈਠ ਕੇ ਸਭ ਕੁਝ ਵੇਖਦੇ ਰਹੇ। 5 ਮਿੰਟ ਬਾਅਦ ਜਦੋਂ ਮੀਨਾਕਸ਼ੀ ਨੇ ਅੱਖਾਂ ਖੋਲ੍ਹੀਆਂ ਤਾਂ ਉਹ ਆਪਣੇ ਪਾਪਾ ਨੂੰ ਸਾਹਮਣੇ ਕੁਰਸੀ 'ਤੇ ਬੈਠਿਆਂ ਵੇਖ ਕੇ ਚੌਂਕ ਗਈ। ਚੌਂਕ ਮੀਨਸ ਹੈਰਾਨ ਹੋ ਗਈ। ਪਾਪਾ ਤੁਸੀਂ ਕਦੋਂ ਆਏ? ਮੈਨੂੰ ਪਤਾ ਹੀ ਨਹੀਂ ਲੱਗਾ, ਮੀਨਾਕਸ਼ੀ ਨੇ ਹੈਰਾਨੀ ਨਾਲ ਕਿਹਾ। ਥੋੜ੍ਹਾ ਹੀ ਸਮਾਂ ਹੋਇਆ ਹੈ ਆਇਆਂ ਨੂੰ, ਮਾਫ਼ ਕਰਨਾ ਪਾਪਾ, ਮੈਂ ਤੁਹਾਨੂੰ ਵੇਖਿਆ ਹੀ ਨਹੀਂ। ਤਾਂ ਹੀ ਦੁਨੀਆ ਜਹਾਨ ਤੋਂ ਬੇਖਬਰ ਸੀ, ਭਾਵ ਤੈਨੂੰ ਕਿਸੇ ਵੀ ਚੀਜ਼ ਦੀ ਹੋਸ਼ ਨਹੀਂ ਹੈ, ਪਾਪਾ ਨੇ ਵਿਅੰਗ ਕੱਸਿਆ, ਭਾਵ ਬੜੇ ਮਜ਼ਾਕ ਦੇ ਨਾਲ ਉਸ ਨੂੰ ਇਹ ਗੱਲ ਕਹੀ। ਵੇਖੋ ਬੇਟਾ, ਸਾਰਾ ਦਿਨ ਏਅਰਫੋਨ ਕੰਨਾਂ 'ਤੇ ਨਹੀਂ ਲਗਾਉਣਾ ਚਾਹੀਦਾ, ਇਸ ਨਾਲ ਸੁਣ ਸ਼ਕਤੀ ਕਮਜ਼ੋਰ ਹੁੰਦੀ ਹੈ। ਨਾਲੇ ਅਜੇ ਤੇਰੀ ਉਮਰ ਹੀ ਕੀ ਹੈ, ਉਮਰ ਭਾਵ ਕਿ ਉਹ ਅਜੇ ਉਸ ਦੀ ਉਮਰ ਮੀਨਾਕਸ਼ੀ ਦੀ ਬਹੁਤ ਛੋਟੀ ਹੈ। ਮੀਨਾਕਸ਼ੀ ਦੇ ਪਾਪਾ ਨੇ ਪਿਆਰ ਨਾਲ ਉਸ ਨੂੰ ਸਮਝਾਇਆ। ਸੌਰੀ ਪਾਪਾ, ਮੈਂ ਅੱਗੋਂ ਤੁਹਾਡੀਆਂ ਕਈਆਂ ਗੱਲਾਂ ਦਾ ਧਿਆਨ ਰੱਖਾਂਗੀ, ਮੀਨਾਕਸ਼ੀ ਨੇ ਹਲੀਮੀ ਨਾਲ ਕਿਹਾ। ਹਲੀਮੀ ਭਾਵ ਕਿ ਨਿਮਰਤਾ ਨਾਲ ਕਿਹਾ। ਮੀਨਾਕਸ਼ੀ ਦੇ ਮੰਮੀ ਪਾਪਾ ਉਸ ਦੇ ਏਅਰਫੋਨ ਦੀ ਵਰਤੋਂ ਪ੍ਰਤੀ ਬਹੁਤ ਪਰੇਸ਼ਾਨ ਸਨ। ਉਹਨਾਂ ਨੇ ਕਈ ਵਾਰ ਗੁੱਸੇ ਨਾਲ ਕਹਿ ਕੇ ਵੀ ਵੇਖ ਲਿਆ, ਪਰੰਤੂ ਇੱਕ ਅੱਧਾ ਦਿਨ ਹੀ ਮੀਨਾਕਸ਼ੀ 'ਤੇ ਅਸਰ ਹੁੰਦਾ, ਮਗਰੋਂ ਫਿਰ ਉਹੀ ਹਾਲ ਹੋ ਜਾਂਦਾ। ਮੀਨਾਕਸ਼ੀ 12ਵੀਂ ਜਮਾਤ ਵਿੱਚ ਪੜ੍ਹਦੀ ਸੀ, ਇਸ ਕਰਕੇ ਉਸ ਨੂੰ ਪਿਆਰ ਨਾਲ ਸਮਝਾਉਣਾ ਹੀ ਠੀਕ ਸੀ। ਭਾਵ 12ਵੀਂ ਜਮਾਤ ਵਿੱਚ ਪੜ੍ਹਦੀ ਸੀ, ਭਾਵ ਕਿ ਹੁਣ ਉਸ ਦੀ ਉਮਰ ਕਾਫੀ ਹੋ ਗਈ ਸੀ, ਭਾਵ ਕਿ ਬੱਚਾ ਜਵਾਨ ਸੀ। ਮੀਨਾਕਸ਼ੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ, ਉਹ ਹਰ ਵਾਰ ਪਹਿਲੇ ਨੰਬਰ 'ਤੇ ਆਉਂਦੀ ਸੀ। ਮੀਨਾਕਸ਼ੀ ਦੇ ਸਾਲਾਨਾ ਪੇਪਰ ਵੀ ਹੋ ਗਏ ਸਨ। ਸਾਲਾਨਾ ਪੇਪਰ ਮੀਨਸ ਐਨੂਅਲ ਐਗਜ਼ਾਮ, ਫਾਈਨਲ ਐਗਜ਼ਾਮ, ਪਰ ਉਸ 'ਤੇ ਫਿਰ ਵੀ ਏਅਰਫੋਨ ਦਾ ਭੂਤ ਸਵਾਰ ਸੀ। ਭੂਤ ਸਵਾਰ ਹੋਣਾ ਭਾਵ ਕਿ ਉਹ ਹਮੇਸ਼ਾ ਹੀ ਫੋਨ ਦੇ ਵਿੱਚ ਬਿਜੀ ਰਹਿੰਦੀ ਸੀ। ਅੱਧੀ ਰਾਤ ਤੱਕ ਏਅਰਫੋਨ ਲਗਾ ਕੇ ਗਾਣੇ ਸੁਣਦੀ ਰਹਿੰਦੀ ਸੀ। ਜਦ ਕਦੇ ਉਸ ਦੇ ਮੰਮੀ ਪਾਪਾ ਸਾਹਮਣੇ ਆ ਜਾਂਦੇ ਤਾਂ ਉਹ ਏਅਰਫੋਨ ਹਟਾ ਲੈਂਦੀ ਅਤੇ ਉਹਨਾਂ ਦੇ ਜਾਣ ਮਗਰੋਂ ਫਿਰ ਫੋਨ ਕੰਨਾਂ 'ਤੇ ਧਰ ਲੈਂਦੀ। ਪੇਪਰ ਖਤਮ ਹੋਣ ਮਗਰੋਂ ਮੀਨਾਕਸ਼ੀ ਆਪਣੀ ਭੂਆ ਦੇ ਘਰ ਚਲੇ ਗਈ। ਹੁਣ ਤਾਂ ਉਸ ਲਈ ਤਾਂ ਹੁਣ ਲਹਿਰਾਂ ਬਹਿਰਾਂ ਲੱਗ ਗਈਆਂ। ਲਹਿਰਾਂ ਬਹਿਰਾਂ ਭਾਵ ਕਿ ਹਰ ਵੇਲੇ ਖੁਸ਼ੀ ਛਾਈ ਰਹਿਣੀ। ਉੱਥੇ ਉਹ ਬੇਰੋਕ ਟੋਕ ਏਅਰਫੋਨ ਸੁਣ ਲੱਗੀ। ਬੇਰੋਕ ਭਾਵ ਬਿਨਾਂ ਕਿਸੇ ਰੁਕਾਵਟ ਦੇ। ਭੂਆ ਥੋੜ੍ਹੀ ਬਹੁਤ ਨਾ ਨੁੱਕਰ ਤਾਂ ਕਰਦੀ, ਪਰ ਮੀਨਾਕਸ਼ੀ ਕਿੱਥੇ ਰੁਕਣ ਵਾਲੀ ਸੀ। ਆਖੇ ਪੰਚਾਂ ਦਾ ਸਿਰ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ। ਇਹ ਬੇਟਾ ਜੀ ਅਖਾਣ ਹੈ, ਇਸ ਦਾ ਮਤਲਬ ਹੈ ਕਿ ਕਿਸੇ ਦੀ ਗੱਲ ਨੂੰ ਮੰਨ ਲੈਣਾ ਪਰ ਉਸ ਦੇ ਉੱਪਰ ਅਸਰ ਨਾ ਕਰਨਾ। ਕਾਫੀ ਦਿਨਾਂ ਬਾਅਦ 12ਵੀਂ ਦਾ ਨਤੀਜਾ ਆਉਣ ਮਗਰੋਂ ਮੀਨਾਕਸ਼ੀ ਦੇ ਮੰਮੀ ਪਾਪਾ ਉਸ ਨੂੰ ਉਸ ਦੀ ਭੂਆ ਦੇ ਘਰੋਂ ਲੈ ਆਏ। ਪਾਪਾ, ਮੈਂ ਫਸਟ ਆਈ ਹਾਂ। ਇਸ ਵਾਰ ਵੀ ਐਵੇਂ ਤੁਸੀਂ ਤੇ ਮੰਮੀ ਮੈਨੂੰ ਸਾਰਾ ਦਿਨ ਟੋਕਦੇ ਰਹਿੰਦੇ ਸੀ ਕਿ ਏਅਰਫੋਨ ਛੱਡ ਦੇ, ਤੇਰੀ ਪੜ੍ਹਾਈ ਖਰਾਬ ਹੁੰਦੀ ਹੈ। ਹੋਈ ਹੈ ਕੋਈ ਖਰਾਬ ਪੜ੍ਹਾਈ? ਮੀਨਾਕਸ਼ੀ ਨੇ ਆਪਣੇ ਅੰਦਾਜ਼ ਵਿੱਚ ਕਿਹਾ। ਬੇਟਾ ਜੀ, ਅਸੀਂ ਤਾਂ ਹੁਣ ਵੀ ਕਹਿੰਦੇ ਹਾਂ ਕਿ ਏਅਰਫੋਨ ਲਗਾਉਣ ਨਾਲ ਸੁਣ ਸ਼ਕਤੀ ਕਮਜ਼ੋਰ ਹੁੰਦੀ ਹੈ। ਮੀਨਾਕਸ਼ੀ ਦੇ ਪਾਪਾ ਨੇ ਉਸ ਨੂੰ ਫਿਰ ਸਮਝਾਇਆ। ਅੱਛਾ ਪਾਪਾ, ਹੁਣ ਤੁਸੀਂ ਦੱਸੋ ਮੈਨੂੰ ਕੀ ਗਿਫਟ ਦਿਓਗੇ? ਗਿਫਟ ਇਨਾਮ ਭਾਵ ਕਿ ਹੁਣ ਉਹ ਆਪਣੀ 12ਵੀਂ ਕਲਾਸ ਵਿੱਚ ਉਹ ਫਸਟ ਆ ਗਈ ਸੀਗੀ ਅਤੇ ਉਹ ਫਸਟ ਆਉਣ 'ਤੇ ਉਹਨੇ ਪਹਿਲਾਂ ਹੀ ਇਹ ਸ਼ਰਤ ਰੱਖੀ ਹੋਈ ਸੀ ਕਿ ਜੇਕਰ ਮੈਂ ਫਸਟ ਆ ਗਈ ਤਾਂ ਤੁਸੀਂ ਮੈਨੂੰ ਕੋਈ ਨਾ ਕੋਈ ਗਿਫਟ ਜ਼ਰੂਰ ਦਿਓਗੇ। ਤੁਸੀਂ ਕਿਹਾ ਸੀ ਜੇਕਰ ਫਸਟ ਆਏਂਗੀ ਤਾਂ ਮੂੰਹ ਮੰਗਿਆ ਗਿਫਟ ਮਿਲੂਗਾ। ਮੀਨਾਕਸ਼ੀ ਨੇ ਉਤਸੁਕਤਾ ਨਾਲ ਕਿਹਾ। ਜ਼ਰੂਰ ਮਿਲੇਗਾ ਗਿਫਟ, ਦੱਸੋ ਕੀ ਲੈਣਾ ਹੈ? ਇਹ ਗੱਲ ਬੇਟਾ ਉਸ ਦੇ ਪਾਪਾ ਨੇ ਮੀਨਾਕਸ਼ੀ ਨੂੰ ਕਹੀ। ਨਵਾਂ ਮੋਬਾਈਲ, ਵਾਅਦਾ ਕਰੋ ਕਿ ਏਅਰਫੋਨ ਨਹੀਂ ਸੁਣੇਗੀ। ਵਾਅਦਾ ਘਰ ਪੁੱਜ ਕੇ ਉਸੇ ਦਿਨ ਮੀਨਾਕਸ਼ੀ ਨੂੰ ਨਵਾਂ ਮੋਬਾਈਲ ਮਿਲ ਗਿਆ। ਮੀਨਾਕਸ਼ੀ ਦੇ ਜਨਮ ਦਿਨ ਆਉਣ ਵਿੱਚ 20 ਕੁ ਦਿਨ ਬਾਕੀ ਰਹਿ ਗਏ ਸਨ। ਉਸ ਨੇ ਪਹਿਲਾਂ ਹੀ ਆਪਣੇ ਮੰਮੀ ਪਾਪਾ ਨੂੰ ਦੱਸ ਦਿੱਤਾ ਸੀ
ਕਿ ਉਹ ਇਸ ਵਾਰ ਜਨਮ ਦਿਨ ਦੇ ਮੌਕੇ 'ਤੇ ਸਾਰੀਆਂ ਸਹੇਲੀਆਂ ਨੂੰ ਘਰ ਬੁਲਾ ਕੇ ਪਾਰਟੀ ਦੇਵੇਗੀ। ਇਸ ਕਰਕੇ ਡਰਾਇੰਗ ਰੂਮ ਦੇ ਪਰਦੇ, ਸੋਫਾ ਸੈੱਟ ਦੇ ਕਵਰ ਅਤੇ ਹੋਰ ਸਜਾਵਟੀ ਸਮਾਨ ਵੀ ਨਵਾਂ ਲਿਆਂਦਾ ਜਾਵੇਗਾ। ਇੱਕ ਦਿਨ ਸਮਾਨ ਦੀ ਖਰੀਦਦਾਰੀ ਲਈ ਉਹ ਬਾਜ਼ਾਰ ਚਲੇ ਗਏ। ਕੌਣ? ਮੀਨਾਕਸ਼ੀ ਦੇ ਉਸਦੇ ਮੰਮੀ ਪਾਪਾ। ਕਾਰ ਪਾਰਕਿੰਗ ਵਿੱਚ ਲਗਾ ਕੇ ਬਾਜ਼ਾਰ ਵੱਲ ਜਾਣ ਲੱਗੇ ਤਾਂ ਮੀਨਾਕਸ਼ੀ ਨੇ ਸੁਭਾਵਕ ਹੀ ਈਅਰਫੋਨ ਕੰਨਾਂ ਵਿੱਚ ਲਗਾ ਲਿਆ। ਸੁਭਾਵਕ ਭਾਵ ਕਿ ਉਸਦੀ ਆਦਤ ਹੀ ਬਣੀ ਹੋਈ ਸੀ ਹਰ ਵੇਲੇ ਈਅਰਫੋਨ ਕੰਨਾਂ 'ਤੇ ਲਗਾਉਣੇ। ਉਸ ਦੇ ਮੰਮੀ ਪਾਪਾ ਨੇ ਮਨਾ ਕਰਨਾ ਚਾਹਿਆ, ਪਰ ਮੀਨਾਕਸ਼ੀ ਦੇ ਮੂਡ ਨੂੰ ਵੇਖ ਕੇ ਚੁੱਪ ਵੱਟ ਗਏ। ਭਾਵ ਕਿ ਉਸ ਵੇਲੇ ਉਸਦਾ ਮੂਡ ਬਹੁਤ ਖੁਸ਼ ਸੀ। ਉਹ ਨਹੀਂ ਸਨ ਚਾਹੁੰਦੇ ਕਿ ਮੀਨਾਕਸ਼ੀ ਕਿਸੇ ਗੱਲੋਂ ਵੀ ਨਾਰਾਜ਼ ਹੋ ਜਾਵੇ। ਅਗਲੇ ਮੋੜ 'ਤੇ ਮੀਨਾਕਸ਼ੀ ਦੇ ਮੰਮੀ ਪਾਪਾ ਤਾਂ ਸੜਕ ਪਾਰ ਕਰ ਗਏ, ਪਰ ਮੀਨਾਕਸ਼ੀ ਪਿੱਛੇ ਰਹਿ ਗਈ। ਉਸ ਨੇ ਆਪਣੀ ਮਸਤੀ ਵਿੱਚ ਜਿਉਂ ਹੀ ਸੜਕ ਪਾਰ ਕਰਨੀ ਚਾਹੀ ਤਾਂ ਉਸ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ। ਮੀਨਾਕਸ਼ੀ ਜ਼ਮੀਨ 'ਤੇ ਮੂਧੇ ਮੂੰਹ ਭਾਵ ਕੇ ਮੂੰਹ ਦੇ ਭਾਰ ਡਿੱਗ ਪਈ। ਉੱਚੀ ਉੱਚੀ ਚੀਕਾਂ ਮਾਰਨ ਲੱਗੀ ਤੇ ਉਸ ਦੀ ਸੱਜੀ ਲੱਤ ਲਹੂ ਲੁਹਾਨ ਹੋ ਗਈ। ਸੱਟ ਲੱਗਣ ਕਾਰਨ ਬਹੁਤ ਜ਼ਿਆਦਾ ਬਲੀਡਿੰਗ ਉਸ ਦੀ ਲੱਤ ਵਿੱਚੋਂ ਹੋਣ ਲੱਗ ਪਈ। ਇਸ ਹਾਦਸੇ ਨੂੰ ਵੇਖ ਕੇ ਬਾਜ਼ਾਰ ਵਿੱਚ ਕਾਫੀ ਭੀੜ ਇਕੱਠੀ ਹੋ ਗਈ। ਇੰਨੇ ਨੂੰ ਮੀਨਾਕਸ਼ੀ ਦੇ ਮੰਮੀ ਪਾਪਾ ਆ ਗਏ। ਉਹਨਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀ ਕੀਤਾ ਜਾਵੇ। ਉਹਨਾਂ ਨੇ ਰਿਕਸ਼ੇ 'ਤੇ ਮੀਨਾਕਸ਼ੀ ਨੂੰ ਪਾਰਕਿੰਗ ਤੱਕ ਲਿਆਂਦਾ। ਉਹ ਉਸ ਨੂੰ ਹਸਪਤਾਲ ਲੈ ਗਏ। ਹਸਪਤਾਲ ਵਿੱਚ ਡਾਕਟਰਾਂ ਨੇ ਜਾਂਚ ਤੋਂ ਬਾਅਦ ਭਾਵ ਕਿ ਐਕਸਰਾ ਕਰਨ ਤੋਂ ਬਾਅਦ ਦੱਸਿਆ ਕਿ ਮੀਨਾਕਸ਼ੀ ਦੀ ਲੱਤ ਦੀ ਹੱਡੀ ਟੁੱਟ ਗਈ ਹੈ, ਭਾਵ ਕਿ ਫ੍ਰੈਕਚਰ ਆ ਗਿਆ ਹੈ। ਉਸ 'ਤੇ ਪਲਸਤਰ ਲਗਾ ਦਿੱਤਾ ਗਿਆ। ਮੀਨਾਕਸ਼ੀ ਦੇ ਮੰਮੀ ਪਾਪਾ ਨੂੰ ਪਤਾ ਸੀ ਕਿ ਇਹ ਹਾਦਸਾ ਉਸ ਦੇ ਈਅਰਫੋਨ ਕਰਕੇ ਹੀ ਵਾਪਰਿਆ ਹੈ। ਪਲਸਤਰ ਲਗਾਉਣ ਤੋਂ ਬਾਅਦ ਮੀਨਾਕਸ਼ੀ ਹਸਪਤਾਲ ਤੋਂ ਘਰ ਆ ਗਈ। ਹਾਦਸੇ ਦੀ ਖਬਰ ਸੁਣਦਿਆਂ ਹੀ ਉਹਨਾਂ ਦੇ ਆਂਢੀ ਗੁਆਂਢੀ ਅਤੇ ਹੋਰ ਰਿਸ਼ਤੇਦਾਰ ਪਤਾ ਲੈਣ ਲਈ ਆਉਣ ਲੱਗੇ ਤੇ ਉਹ ਹਾਦਸੇ ਦਾ ਕਾਰਨ ਪੁੱਛਣ ਲੱਗੇ। ਮੀਨਾਕਸ਼ੀ ਨੇ ਬੇਝਿਜਕ ਹੋ ਕੇ ਸਭ ਨੂੰ ਦੱਸ ਦਿੱਤਾ ਕਿ ਉਹ ਈਅਰਫੋਨ ਲਗਾ ਕੇ ਗਾਣੇ ਸੁਣਦਿਆਂ ਹੋਇਆਂ ਮਸਤੀ ਵਿੱਚ ਸੜਕ ਪਾਰ ਕਰ ਰਹੀ ਸੀ ਅਤੇ ਉਸ ਦੀ ਆਪਣੀ ਗਲਤੀ ਕਾਰਨ ਹੀ ਇਹ ਹਾਦਸਾ ਹੋਇਆ ਹੈ। ਹੁਣ ਮੀਨਾਕਸ਼ੀ ਪਛਤਾ ਰਹੀ ਸੀ। ਮੰਮੀ ਪਾਪਾ ਦੀ ਗੱਲ ਨਾ ਮੰਨਣ ਕਾਰਨ ਹੋਈ ਹਾਨੀ ਤੇ ਅੰਦਰੋਂ ਅੰਦਰ ਆਪਣੇ ਆਪ ਨੂੰ ਕੋਸ ਰਹੀ ਸੀ। ਗੁੱਸੇ ਵਿੱਚ ਮੀਨਾਕਸ਼ੀ ਨੇ ਆਪਣਾ ਈਅਰਫੋਨ ਸੁੱਟ ਦਿੱਤਾ। ਨਾਲ ਹੀ ਮੰਮੀ ਪਾਪਾ ਤੋਂ ਮਾफ़ੀ ਮੰਗੀ। ਮੀਨਾਕਸ਼ੀ ਨੂੰ ਠੀਕ ਹੋਣ ਵਿੱਚ 3 ਮਹੀਨੇ ਲੱਗ ਗਏ, ਭਾਵ ਕਿ ਉਹ ਫ੍ਰੈਕਚਰ ਜੋ ਹੋਇਆ ਸੀ ਉਹਨੂੰ ਜੁੜਨ ਦੇ ਵਿੱਚ। ਇਸ ਦੌਰਾਨ ਉਹ ਮਨ ਹੀ ਮਨ ਵਿੱਚ ਆਪਣੀ ਗਲਤੀ 'ਤੇ ਪਛਤਾਉਂਦੀ ਰਹੀ। ਮੰਮੀ ਪਾਪਾ ਦੀਆਂ ਈਅਰਫੋਨ ਨਾ ਲਗਾਉਣ ਸੰਬੰਧੀ ਪਹਿਲਾਂ ਦਿੱਤੀਆਂ ਨਸੀਹਤਾਂ ਜੋ ਵੀ ਉਹਨਾਂ ਨੇ ਉਹਨੂੰ ਮੱਤਾਂ ਦਿੱਤੀਆਂ ਸਨ, ਸਿੱਖਿਆ ਦਿੱਤੀ ਸੀ, ਨਾ ਮੰਨਣ ਅਤੇ ਆਪਣੇ ਅੜੀਅਲ ਰਵੱਈਆ ਰੁੱਖਾਪਣ ਦੀਆਂ ਗੱਲਾਂ ਯਾਦ ਕਰਕੇ ਉਸ ਨੂੰ ਸ਼ਰਮ ਆਉਣ ਲੱਗੀ। ਸਗੋਂ ਹੁਣ ਤਾਂ ਉਹ ਆਪਣੇ ਦੋਸਤਾਂ ਨੂੰ ਵੀ ਨਸੀਹਤਾਂ ਦੇਣ ਲੱਗੀ। ਆਪਣੇ ਦੋਸਤਾਂ ਨੂੰ ਜੋ ਵੀ ਉਸ ਦਾ ਪਤਾ ਲੈਣ ਆਉਂਦੇ ਸਨ ਉਹਨਾਂ ਨੂੰ ਉਹ ਸਿੱਖਿਆ ਦੇਣ ਲੱਗੀ। ਹੁਣ ਉਸ ਨੂੰ ਸਮਝ ਆ ਗਈ ਸੀ ਕਿ ਹੱਦੋਂ ਵੱਧ ਕਿਸੇ ਚੀਜ਼ ਦੀ ਵਰਤੋਂ ਨੁਕਸਾਨਦਾਇਕ ਹੋ ਸਕਦੀ ਹੈ। ਮੀਨਾਕਸ਼ੀ ਨੇ ਅੱਗੋਂ ਅਜਿਹੀ ਗਲਤੀ ਕਰਨ ਤੋਂ ਤੋਬਾ ਕੀਤੀ। ਤੋਬਾ ਕਰਨੀ, ਕੰਨਾਂ ਨੂੰ ਹੱਥ ਲਾਉਣਾ। ਹਾਂਜੀ ਬੇਟਾ ਜੀ, ਇਹ ਕਹਾਣੀ ਲਿਖੀ ਹੋਈ ਹੈ ਬਲਵਿੰਦਰ ਸਿੰਘ ਸੋਢੀ ਦੀ। ਸੋ ਬੱਚਿਓ, ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ? ਕੀ ਸਿੱਖਿਆ ਮਿਲੀ ਤੁਹਾਨੂੰ? ਕਿ ਕਿਸੇ ਵੀ ਚੀਜ਼ ਦੀ ਹੱਦ ਤੋਂ ਵੱਧ ਵਰਤੋਂ ਨੁਕਸਾਨਦਾਇਕ ਹੋ ਸਕਦੀ ਹੈ। ਜਿਸ ਤਰ੍ਹਾਂ ਕਿ ਮੀਨਾਕਸ਼ੀ ਨੇ ਏਅਰਫੋਨ ਦੀ ਜਿਹੜੀ ਵਰਤੋਂ ਸੀ ਉਹ ਹੱਦ ਤੋਂ ਵੱਧ ਕੀਤੀ ਸੀ। ਬੇਟਾ ਜੀ, ਜਿਸ ਵੀ ਚੀਜ਼ ਦੀ ਸਾਨੂੰ ਵਰਤੋਂ ਕਰਨੀ ਉਹ ਹੱਦ ਵਿੱਚ ਰਹਿ ਕੇ ਕਰਨੀ ਚਾਹੀਦੀ ਹੈ। ਭਾਵ ਕਿ ਚੀਜ਼ ਦੀ ਸੁਵਰਤੋਂ ਕਰੋ, ਕੁਵਰਤੋਂ ਨਾ ਕਰੋ। ਜਦੋਂ ਵੀ ਤੁਸੀਂ ਉਸ ਦੀ ਕੁਵਰਤੋਂ ਕਰੋਗੇ ਤਾਂ ਜ਼ਰੂਰ ਪਛਤਾਓਗੇ। ਇਸ ਏਜ ਦੇ ਵਿੱਚ ਜਦੋਂ ਵੀ ਤੁਸੀਂ ਸਟੂਡੈਂਟ ਹੋ ਤਾਂ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਹਮੇਸ਼ਾ ਹੀ ਦੂਰ ਰਹਿਣਾ ਚਾਹੀਦਾ ਹੈ। ਜੇ ਜ਼ਰੂਰਤ ਵੀ ਪਵੇ ਤਾਂ ਉਸ ਦੀ ਸਵਰਤੋਂ ਕਰੋ, ਕੁਵਰਤੋਂ ਨਹੀਂ।
ਧੰਨਵਾਦ।